मैम जेकर ਅਸੀਂ ਗੱਲ ਕਰੀਏ ਅਮਨੀਤ ਕੌਂਡਲ ਦੀ ਆਈਪੀਐਸ ਅਮਨੀਤ ਕੌਂਡਲ ਬਣਨ ਦਾ ਸਫ਼ਰ ਤਾਂ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਐਲੋਬਰੇਟ ਕਰੋਗੇ? बचपन तो बट ये सीगा कि सिविल सर्वेंट बनना है क्योंकि मेरे फादर मेरी इंस्पिरेशन सीगे बचपन तो ही। ਕਾਫੀ ਚੈਲੰਜਿੰਗ ਸੀਗਾ ਤੁਹਾਡੇ ਲਈ ਤੇ ਅੱਜ ਤੁਸੀਂ ਉਹਨਾਂ ਹਜ਼ਾਰਾਂ ਲੜਕੀਆਂ ਦੇ ਲਈ ਇਨਸਪੀਰੇਸ਼ਨ ਹੋ ਜੋ ਜ਼ਿੰਦਗੀ ਦੇ ਵਿੱਚ ਕਈ ਵਾਰੀ ਇੱਕ ਵਾਰੀ ਅਸਫਲ ਹੋ ਕੇ ਜਿਹੜੀਆਂ ਹੈਗੀ ਹੌਸਲਾ ਛੱਡ ਦਿੰਦੀਆਂ ਨੇ ਕਿ ਅਸੀਂ ਅੱਗੇ ਨਹੀਂ ਹੁਣ ਕੁਝ ਕਰ ਸਕਦੇ, ਇੱਕ ਵਾਰ ਨਹੀਂ ਹੋਇਆ ਤਾਂ ਹੁਣ ਅੱਗੇ ਵੀ ਨਹੀਂ ਹੋਣਾ। ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਤਲਬ ਮੋਟੀਵੇਟ ਰੱਖਿਆ ਜਾਂ ਤੁਹਾਡੀ ਜੇ ਗੱਲ ਕਰੀਏ ਤਾਂ ਤੁਹਾਡੀ ਇਨਸਪੀਰੇਸ਼ਨ ਕੌਣ ਰਹੇ? क्योंकि मेरे नाल ये भी सीगा कि मैं तीनों बारी इंटरव्यू तक गई, मतलब तीनों स्टैप क्लीयर करके फिर तुहानू जदों वो वाली निराशा होंदी है दैट इज़ वेरी वेरी पेनफुल। मुश्किलें इतनी पड़ी कि मुश्किलें आसान हो गई। ये सतरां हरेक उस औरत दे उपर टुकदियां ने जो कि लम्मा संघर्ष करके अज जिंदगी दे विच एक उच्च मुकाम ते ने। सत श्री अकाल, प्रो पंजाब टीवी देख रहे हो तुसी ते मैं हाँ आकांक्षा। ਤੁਹਾਨੂੰ ਪੰਜਾਬ ਦੇ ਉਹਨਾਂ ਨਾਮਵਰ ਔਰਤਾਂ ਦੇ ਨਾਲ ਰੂਬਰੂ ਕਰਾਵਾਂਗੇ ਜੋ ਕਿ ਲੰਬੇ ਸੰਘਰਸ਼ ਤੋਂ ਬਾਅਦ ਉੱਚ ਮੁਕਾਮ ਤੇ ਨੇ ਤੇ ਸਾਡੇ ਨਾਲ ਅੱਜ ਪੰਜਾਬ ਕਾਡਰ ਦੇ 2012 ਬੈਚ ਦੇ ਆਈਪੀਐਸ ਆਫੀਸਰ ਮੈਡਮ ਸ਼੍ਰੀਮਤੀ ਅਮਨੀਤ ਕੌਂਡਲ ਜੀ ਹੋਣਗੇ ਤੇ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਆਕਾਂक्षा, ਥੈਂਕ ਯੂ। ਹਾਊ ਆਰ ਯੂ ਮੈਮ? ਵਧੀਆ ਜੀ, ਥੈਂਕ ਯੂ। ਮੈਮ ਜੇਕਰ ਅਸੀਂ ਗੱਲ ਕਰੀਏ ਅਮਨੀਤ ਕੌਂਡਲ ਦੀ ਆਈਪੀਐਸ ਅਮਨੀਤ ਕੌਂਡਲ ਬਣਨ ਦਾ ਸਫ਼ਰ ਤਾਂ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਐਲੋਬਰੇਟ ਕਰੋਗੇ? ਸਫ਼ਰ ਦਾ ਜੀ ਬਿਗਨਿੰਗ ਆਈ ਵੁੱਡ ਸੇ ਕਿ ਆਈਪੀਐਸ ਨਹੀਂ ਸੀ ਮੇਰਾ ਕੋਈ ਐਜ਼ ਸੱਚ ਆਬਜੈਕਟਿਵ ਬਚਪਨ ਤੋਂ, ਬਟ ਇਹ ਸੀਗਾ ਕਿ ਸਿਵਲ ਸਰਵੈਂਟ ਬਣਨਾ ਹੈ ਕਿਉਂਕਿ ਮੇਰੇ ਫਾਦਰ ਮੇਰੀ ਇੰਸਪੀਰੇਸ਼ਨ ਸੀਗੇ ਬਚਪਨ ਤੋਂ ਹੀ। ਹੀ ਵਾਜ਼ ਇਨ ਦੀ ਆਈਆਰਐਸ ਰੈਵਨਿਊ ਸਰਵਿਸਿਜ਼ ਤੇ ਮਦਰ ਵੀ ਮੇਰੇ ਐਸਬੀਆਈ 'ਚ ਸੀ। ਮਤਲਬ ਵਰਕਿੰਗ ਫੈਮਿਲੀ 'ਚ ਇੱਕ ਬਚਪਨ ਤੋਂ ਹੀ ਫਾਊਂਡੇਸ਼ਨ ਦਿੱਤੀ ਜਾਂਦੀ ਹੈ ਕਿ ਜ਼ਰੂਰ ਕੁਝ ਕਰਨਾ ਹੈ, ਸਪੈਸ਼ਲੀ ਜਦੋਂ ਤੁਹਾਡੇ ਮਦਰ ਇੰਡੀਪੈਂਡੈਂਟ ਵਰਕਿੰਗ ਵੂਮਨ ਹੋਣ ਤਾਂ ਤੁਹਾਨੂੰ ਬਚਪਨ ਤੋਂ ਇਹ ਨੈਚੁਰਲ ਹੁੰਦਾ ਹੈ ਕਿ ਤੁਸੀਂ ਜੌਬ ਹੀ ਕਰਨੀ ਹੈ। ਤੇ ਮੈਂ ਕਾਫੀ अर्ਲੀ ਏਜ ਤੋਂ ਹੀ ਪਲਾਨ ਕੀਤਾ ਸੀ ਕਿ ਯੂਪੀਐਸਸੀ ਹੀ ਦੇਣਾ ਹੈ, ਹੋਰ ਕੋਈ ਮਨ 'ਚ ਏਮ ਹੀ ਨਹੀਂ ਸੀਗਾ। ਤੇ ਜਦੋਂ ਕਲੀਅਰ ਹੋਇਆ ਤੇ ਮੈਨੂੰ ਆਈਪੀਐਸ ਸਰਵਿਸ ਮਿਲ ਗਈ ਤੇ ਹੁਣ 2012 ਬੈਚ ਹੈ ਮੇਰਾ, ਆਲਮੋਸਟ 10 ਸਾਲ ਹੋਣ ਵਾਲੇ। ਸਫ਼ਰ ਬਹੁਤ ਲੰਬਾ ਤਾਂ ਨਹੀਂ ਹੈ ਬਟ ਯੈਸ ਪੁਲਿਸ ਦੀ ਨੌਕਰੀ ਬਹੁਤ ਹੀ ਚੈਲੰਜਿੰਗ ਔਰ ਕਲਰਫੁਲ ਹੁੰਦੀ ਹੈ, ਸੋ ਬੜਾ ਸੈਟਿਸਫਾਈਂਗ ਲੱਗਦਾ ਹੈ। ਆਲਦੋ ਸ਼ਾਰਟ ਬਟ ਯੈਸ ਮੈਂ ਆਪਣਾ ਸ਼ੁਰੂ ਤੋਂ ਹੀ ਬਹੁਤ ਮਿਹਨਤ ਕੀਤੀ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਵਧੀਆ ਹੀ ਮੇਰੀ ਰੈਪੂਟੇਸ਼ਨ ਰਹੇ ਔਰ ਮੈਂ ਲੋਕਾਂ 'ਚ ਕੁਝ ਚੰਗਾ ਹੀ ਮੈਮਰੀ ਛੱਡ ਕੇ ਜਾਵਾਂ। ਸੋ ਟਿਲ ਨਾਓ ਆਈ ਐਮ ਕੁਆਇਟ ਸੈਟਿਸਫਾਈਡ। ਮੈਮ ਤੁਸੀਂ ਬਠਿੰਡਾ ਦੇ ਪਹਿਲੇ ਵਿਮਨ ਪੁਲਿਸ ਆਫੀਸਰ ਹੋ, ਪੁਲਿਸ ਮੁਖੀ ਹੋ, ਤਾਂ ਜਦੋਂ ਤੁਹਾਡੀ ਬਠਿੰਡਾ ਪੋਸਟਿੰਗ ਹੋਈ ਸੀ ਇਟ ਵਾਜ਼ ਅ ਪੀਕ ਟਾਈਮ, ਇਲੈਕਸ਼ਨਸ ਦਾ ਟਾਈਮ ਸੀਗਾ, ਬੜਾ ਚੈਲੰਜਿੰਗ ਤੁਹਾਡੇ ਲਈ ਰਿਹਾ ਹੋਣਾ ਕਿਉਂਕਿ ਬਹੁਤ ਜਿਹਨੂੰ ਕਹਿੰਦੇ ਕਿ ਪੋਲੀਟੀਕਲੀ ਇਨਕਲਾਈਨਡ ਡਿਸਟ੍ਰਿਕਟ ਹੈ ਬਠਿੰਡਾ। ਸੋ ਹਾਊ ਡੂ ਯੂ ਫੀਲ ਬੀਇੰਗ ਇਨ ਬਠਿੰਡਾ ਐਜ਼ ਅ ਐਸਐਸਪੀ? ਸੀ ਜਦੋਂ ਮੇਰੀ ਇੱਥੇ ਪੋਸਟਿੰਗ ਹੋਈ ਸੀ, ਪਹਿਲੀ ਗੱਲ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਾਇਆ ਸੀ, ਸੋ ਯੂ ਫੀਲ ਡਬਲ ਦ ਰਿਸਪੌਂਸਿਬਿਲਿਟੀ ਕਿ ਯੂ ਹੈਵ ਬੀਨ ਚੋਜ਼ਨ ਬਾਏ ਇਲੈਕਸ਼ਨ ਕਮਿਸ਼ਨ ਜਿਹੜੀ ਸਭ ਤੋਂ ਜ਼ਿਆਦਾ ਫੇਅਰ ਐਂਡ ਅਨਬਾਇਸ ਮੰਨੀ ਜਾਂਦੀ ਹੈ। ਪਲੱਸ ਮੈਂ ਇਸ ਸਾਈਡ ਕਦੇ ਬਠਿੰਡਾ ਕੰਮ ਨਹੀਂ ਕੀਤਾ ਐਂਡ ਐਵਰੀਬਡੀ ਨੋਜ਼ ਬਠਿੰਡਾ 'ਚ ਬਹੁਤ ਜ਼ਿਆਦਾ ਪੋਲੀਟੀਕਲ ਹੈਵੀ ਵੇਟਸ ਹੈ ਐਂਡ ਬਹੁਤ ਪੁਰਾਣੀ ਹਿਸਟਰੀ ਹੈ। ਸੋ ਇਸ ਕਰਕੇ ਯੈਸ ਇਟ ਵਾਜ਼ ਅ ਚੈਲੰਜ ਫॉर ਮੀ ਔਰ ਇਹ ਗੱਲ ਮੈਨੂੰ ਨਹੀਂ ਪਤਾ ਸੀ ਪਹਿਲਾਂ ਕਿ ਕੋਈ ਲੇਡੀ ਆਫਿਸਰ ਇੱਥੇ ਐਸਐਸਪੀ ਨਹੀਂ ਰਹੀ, ਪਰ ਜਦੋਂ ਪਤਾ ਲੱਗਿਆ ਤਾਂ ਯੂ ਟੇਕ ਇਟ ਐਜ਼ ਈਵਨ ਅ ਬਿਗਰ ਰਿਸਪੌਂਸਿਬਿਲਿਟੀ ਕਿ ਤੁਸੀਂ ਇੱਕ ਪ੍ਰੂਵ ਕਰਨਾ ਹੈ ਜਾਂ ਪ੍ਰਾਊਡ ਤਾਂ ਡੈਫੀਨੇਟਲੀ ਯੂ ਫੀਲ ਕਿ ਚਲੋ ਇੱਕ ਗਲਾਸ ਸੀਲਿੰਗ ਬ੍ਰੇਕ ਹੋਈ ਹੈ ਤੇ ਮੇਰੇ ਤੋਂ ਬਾਅਦ ਹੁਣ ਹੋਰ ਲੇਡੀ ਆਫਿਸਰਸ ਵਿਲ ਬੀ ਪੋਸਟਡ ਐਂਡ ਯੈਸ ਹੁਣ ਜਦੋਂ ਇਲੈਕਸ਼ਨ ਸਾਡੇ ਪੀਸਫੁਲੀ ਹੋ ਗਏ, ਜਿੱਦਾਂ ਇੱਥੇ ਮੈਨੂੰ ਪਤਾ ਲੱਗਿਆ ਇਟ ਹੈਜ਼ ਅ ਹਿਸਟਰੀ ਆਫ ਵਾਇਲੈਂਸ ਬਟ ਵੀ ਡਿਡ ਨਾਟ ਹੈਵ ਐਨੀ ਸੱਚ ਇਨਸੀਡੈਂਟ, ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਗਰਵ ਮਹਿਸੂਸ ਹੁੰਦਾ ਕਿ ਚਲੋ ਮੇਰਾ ਤਾਂ ਸੈਪਰੇਟ ਹੈ ਕੰਮ, ਤਾਂ ਮੇਰੀ ਟੀਮ ਨੇ ਕੀਤਾ ਬਟ ਐਟਲੀਸਟ ਬਠਿੰਡਾ ਪੁਲਿਸ ਨੂੰ ਵੀ ਹੁਣ ਕਾਫੀ ਰਿਸਪੈਕਟ ਮਿਲੀ ਹੈ। ਸੋ ਇਟ ਮੇਕਸ ਮੀ ਫੀਲ ਪ੍ਰਾਊਡ ਐਂਡ ਯੈਸ ਪ੍ਰਾਊਡ ਆਫ ਬਠਿੰਡਾ ਪੁਲਿਸ। ਜਾਣਨਾ ਚਾਹੂੰਗੀ ਕਿ ਆਈ ਕੇਮ ਟੂ ਨੋ ਕਿ ਤੁਸੀਂ ਯੂਪੀਐਸਸੀ 3rd ਟਾਈਮ ਕਲੀਅਰ ਕੀਤਾ ਸੀਗਾ। ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਬੋਲਿਆ ਕਿ ਮੁਸ਼ਕਿਲਾਂ ਇਤਨੀ ਪੜੀ ਕਿ ਮੁਸ਼ਕਿਲਾਂ ਆਸਾਨ ਹੋ ਗਈ, ਕਾਫੀ ਚੈਲੰਜਿੰਗ ਸੀਗਾ ਤੁਹਾਡੇ ਲਈ ਤੇ ਅੱਜ ਤੁਸੀਂ ਉਹਨਾਂ ਹਜ਼ਾਰਾਂ ਲੜਕੀਆਂ ਦੇ ਲਈ ਇਨਸਪੀਰੇਸ਼ਨ ਹੋ ਜੋ
ਜ਼ਿੰਦਗੀ ਦੇ ਵਿੱਚ ਕਈ ਵਾਰੀ ਇੱਕ ਵਾਰੀ ਅਸਫਲ ਹੋ ਕੇ ਜਿਹੜੀਆਂ ਹੈਗੀ ਹੌਸਲਾ ਛੱਡ ਦਿੰਦੀਆਂ ਨੇ ਕਿ ਅਸੀਂ ਅੱਗੇ ਨਹੀਂ ਹੁਣ ਕੁਝ ਕਰ ਸਕਦੇ, ਇੱਕ ਵਾਰ ਨਹੀਂ ਹੋਇਆ ਤਾਂ ਹੁਣ ਅੱਗੇ ਵੀ ਨਹੀਂ ਹੋਣਾ। ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਤਲਬ ਮੋਟੀਵੇਟ ਰੱਖਿਆ, ਜਾਂ ਤੁਹਾਡੀ ਜੀ ਗੱਲ ਕਰੀਏ ਤਾਂ ਤੁਹਾਡੀ ਇਨਸਪੀਰੇਸ਼ਨ ਕੌਣ ਰਹੇ? ਮੈਂ ਜੀ ਜਿਵੇਂ ਸ਼ੁਰੂ 'ਚ ਹੀ ਤੁਹਾਨੂੰ ਦੱਸਿਆ, ਮਾਈ ਇਨਸਪੀਰੇਸ਼ਨ ਵਾ ਮਾਈ ਪੇਰੈਂਟਸ, ਅਤੇ ਮੇਰੀ ਮੋਟੀਵੇਸ਼ਨ ਵੀ ਹਮੇਸ਼ਾ ਇੱਕ ਸਪੋਰਟ ਦੀ ਤੁਹਾਨੂੰ ਜ਼ਰੂਰ ਲੋੜ ਹੁੰਦੀ ਹੈ। ਜਿਹੜਾ ਐਗਜ਼ਾਮ ਹੈ ਇਟਸ ਵੈਰੀ ਵੈਰੀ ਡਿਫਿਕਲਟ, ਅਤੇ ਇਹਦੇ 'ਚ ਮੈਂਟਲ ਵਾਰ ਤੁਹਾਡੀ ਆਪਣੇ ਆਪ ਨਾਲ ਚੱਲਦੀ ਹੈ। ਬਹੁਤ ਹੀ ਮਤਲਬ 3 ਟਾਈਮਸ 'ਚ ਵੀ ਕਲੀਅਰ ਹੋ ਜਾਏ ਤੇ ਵੀ ਆਈ ਫੀਲ ਬਲੈਸਡ ਐਂਡ ਗ੍ਰੇਟਫੁਲ, ਕਿ ਕਿਉਂਕਿ ਮੇਰੇ ਨਾਲ ਇਹ ਵੀ ਸੀਗਾ ਕਿ ਮੈਂ 3 ਵਾਰੀ ਇੰਟਰਵਿਊ ਤੱਕ ਗਈ, ਮਤਲਬ 3 ਸਟੈਪ ਕਲੀਅਰ ਕਰਕੇ ਫਿਰ ਤੁਹਾਨੂੰ ਜਦੋਂ ਉਹ ਵਾਲੀ ਨਿਰਾਸ਼ਾ ਹੁੰਦੀ ਹੈ ਦੈਟ ਇਜ਼ ਵੈਰੀ ਵੈਰੀ ਪੇਨਫੁਲ। ਹੁਣ ਜਦੋਂ ਕਲੀਅਰ ਕਰ ਲਓ ਥੀਸ ਥਿੰਗਸ ਯੂ ਫੋਰਗੇਟ, ਬਟ ਯੈਸ ਆਈ ਡੂ ਰਿਮੈਂਬਰ ਦ ਮੋਮੈਂਟ ਜਦੋਂ ਮੇਰੇ ਇੰਟਰਵਿਊ ਕਰਕੇ ਵੀ ਫਾਈਨਲਿਸਟ 'ਚ ਨਾਂ ਨਹੀਂ ਆਉਂਦਾ ਸੀ। ਮਾਈ ਪੇਰੈਂਟਸ, ਮੇਰੀ ਫੈਮਿਲੀ ਬਹੁਤ ਜ਼ਿਆਦਾ ਸਪੋਰਟਿਵ ਸੀ। ਉਹ ਕਹਿੰਦੇ ਸੀ ਕਿ ਨਹੀਂ ਕੋਈ ਗੱਲ ਨਹੀਂ, ਅਗੇਨ ਵੀਲ ਟਰਾਈ। ਬਟ ਮੈਂ ਜਿਹੜੇ ਬੱਚੇ ਦੀ ਤਿਆਰੀ ਕਰਦੇ ਆ, ਮੈਂ ਇਹ ਵੀ ਸੁਜੈਸਟ ਕਰਾਂਗੀ ਕਿ ਮੈਂ ਨਾਲ ਹੋਰ ਵੀ ਸਰਕਾਰੀ ਐਗਜ਼ਾਮ ਦਿੰਦੀ ਰਹੀ। ਮੈਨੂੰ ਇਹ ਨਹੀਂ ਸੀਗਾ ਕਿ ਜੇ ਮੇਰਾ ਇਹ ਨਹੀਂ ਹੋਇਆ ਤਾਂ ਮੈਂ ਕੁਝ ਹੋਰ ਨਹੀਂ ਕਰਨਾ। ਆਈ ਗੇਵ ਸਟੇਟ ਬੈਂਕ ਆਫ ਇੰਡੀਆ ਦਾ ਐਗਜ਼ਾਮ, ਮੈਂ ਉਹ ਕਲੀਅਰ ਕਰ ਲਿਆ ਸੀ। ਮੇਰੇ ਕੋਲ ਬੈਕਅਪ ਸੀਗਾ ਇੱਕ, ਮਤਲਬ ਠੀਕ ਹੈ ਅਸੀਂ ਸਰਕਾਰੀ ਜੌਬ ਲਈ ਕਈਆਂ ਨੂੰ ਹੁੰਦਾ ਪੈਸ਼ਨ, ਬਟ ਫਿਰ ਵੀ ਆਈ ਵਾਸ ਪ੍ਰੈਕਟੀਕਲ ਇਨਫ ਟੂ ਨੋ ਕਿ at the end of the day I need to be financially independent, so I did take up another job। और हर बारी मेरे पेरेंट्स मैनू दिन रात, मतलब आई रिमेंबर रात दे 2-2 वजे भी मेरे पेरेंट्स मैनू उठाते सी, जो भी मैं टाइम देना भी अन्ने वजे मेरा अलार्म की तरह काम करना, एंड ऑलवेज बीइंग देयर। फैमिली दी सपोर्ट इज़ अ मस्ट। सो मेरी तो यही मैमरीज़ है कि ईच टाइम आई डिड नॉट क्लीयर, मेरी फैमिली ने मैनू बहुत सपोर्ट की। ये भी किया कि नहीं करना ना कर, ਇੱਦਾਂ ਦਾ ਵੀ ਪ੍ਰੈਸ਼ਰ ਨਹੀਂ ਸੀ ਕਿ ਨਹੀਂ ਕਰਨਾ ਹੀ ਕਰਨਾ ਹੈ। ਬਟ ਫਿਰ ਜਦੋਂ ਤੁਸੀਂ ਇੰਨੀ ਦੂਰ ਤੱਕ ਆ ਗਏ ਔਰ ਜਦੋਂ ਗਵਰਨਮੈਂਟ ਤੁਹਾਨੂੰ ਚਾਂਸਸ ਦਿੰਦੀ ਹੈ, ਸੋ ਨਾਓ ਆਈ ਫੀਲ ਲੱਕੀ ਕਿ ਚਲੋ ਤੀਜੀ ਵਾਰ 'ਚ ਮੇਰਾ ਕਲੀਅਰ ਤਾਂ ਹੋ ਗਿਆ। ਸੋ ਜੇ ਅਮਨੀਤ ਕੌਂਡਲ ਅੱਜ IPS ਆਫਿਸਰ ਨਾ ਹੁੰਦੇ ਤਾਂ ਕੀ ਹੁੰਦੇ ਇਸ ਤੋਂ ਇਲਾਵਾ? ਬੈਂਕਰ ਤਾਂ ਚਲੋ, ਆਲਦੋ ਆਈ ਵਾਸ ਨਾਟ ਰੀਅਲੀ ਲਾਈਕਿੰਗ ਇਟ ਜਦੋਂ, ਕਿਉਂਕਿ ਐਟ ਦੀ ਐਂਡ ਆਫ ਦ ਡੇ ਮੈਨੂੰ ਸੀਗਾ ਨਾ ਕਿ ਨਹੀਂ ਇਹ ਤਾਂ ਮੈਂ ਬੈਕਅਪ ਲਈ ਰੱਖਿਆ। ਬਟ ਹੁਣ ਤਾਂ ਆਈ ਡੋਂਟ ਵਾਂਟ ਟੂ ਇਵਨ ਥਿੰਕ ਅਬਾਊਟ ਇਟ। ਬਟ ਪੁਲਿਸ ਮੈਂ ਕਦੇ ਨਹੀਂ ਸੋਚਿਆ ਸੀ। ਸੋ ਵੈਨ ਆਈ ਗੋਟ ਇਨਟੂ IPS, ਮੇਰੀ ਫੈਮਿਲੀ ਤਾਂ ਕਾਫੀ ਘਬਰਾ ਗਈ ਸੀ, ਬਿਕੋਜ਼ ਬਾਈ ਨੇਚਰ ਆਈ ਐਮ ਵੈਰੀ ਇੰਟਰੋਵਰਟਿਡ ਐਂਡ ਵੈਰੀ ਕਾਮ ਕੰਪੋਜ਼ਡ। ਤੋ very humble, very warm and very soft spoken। ਹਾਂ, ਸੋ ਉਹਨਾਂ ਨੂੰ ਲੋਅਰ ਰੈਂਕਿੰਗ ਮੈਮ ਗੱਲ ਕਰਦੇ ਹਾਂ ਸਬਆਰਡੀਨੇਟਸ ਦੀ, ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੁੰਦਾ ਨਾ ਸਰ ਮੈਡਮ, ਹਾਊ ਡੂ ਯੂ ਫੀਲ ਵੈਨ ਯੂਰ ਲੋਅਰ ਰੈਂਕਿੰਗ ਆਫਿਸਰਸ ਔਰ ਸਬਆਰਡੀਨੇਟਸ ਐਡਰੈਸ ਯੂ ਬਾਈ ਸੇਇੰਗ ਸਰ ਮੈਡਮ? ਸੀ ਹੁਣ ਤਾਂ ਮੈਨੂੰ ਇੰਨਾ ਟਾਈਮ ਹੋ ਗਿਆ ਕਿ ਹੁਣ ਮੈਨੂੰ ਫਰਕ ਹੀ ਨਹੀਂ ਪਤਾ ਲੱਗਦਾ। ਇਨੀਸ਼ੀਅਲੀ ਤੁਹਾਨੂੰ ਬੜਾ ਸ਼ੌਕ ਲੱਗਦਾ ਹੈ ਕਿ ਇੱਕ ਫੀਮੇਲ ਨੂੰ ਤੁਸੀਂ ਸਰ ਕਿਵੇਂ ਕਹਿ ਰਹੇ ਹੋ, ਬਟ ਗ੍ਰੈਜੂਅਲੀ ਵੀ ਅੰਡਰਸਟੂਡ ਕਿ ਯੂਨੀਫਾਰਮ ਫੋਰਸ 'ਚ ਸ਼ਾਇਦ ਪਹਿਲਾਂ ਇੰਨੀ ਲੇਡੀ ਆਫਿਸਰਸ ਨਹੀਂ ਸੀਗੀਆਂ, ਉਹ ਵਿਚਾਰੇ ਥੋੜ੍ਹੇ ਕਨਫਿਊਜ਼ ਵੀ ਹੋ ਜਾਂਦੇ। ਹੁਣ ਵੈਸੇ ਮੈਂ ਫਰਕ ਦੇਖ ਰਹੀ ਹਾਂ, ਕਾਫੀ ਮੈਨੂੰ ਮੈਮ ਕਹਿੰਦੇ, ਬਟ ਪ੍ਰੈਕਟੀਕਲੀ ਸਪੀਕਿੰਗ ਹੁਣ ਮੈਨੂੰ ਸਰ ਔਰ ਮੈਮ ਕੰਨਾਂ ਨੂੰ ਮੇਰੇ ਸੇਮ ਹੀ ਸੁਣਦਾ ਹੈ। ਬਟ ਆਈ ਥਿੰਕ ਗ੍ਰੈਜੂਅਲੀ ਜਦੋਂ ਹੋਰ ਲੇਡੀ ਆਫਿਸਰਸ ਆਉਣਗੀਆਂ ਅਤੇ ਹੌਲੀ ਹੌਲੀ ਫਰਕ ਪਏਗਾ। ਬਟ ਯੈਸ ਇਟ ਇਜ਼ ਪੈਨ ਇੰਡੀਆ, ਇਕੱਲਾ ਪੰਜਾਬ ਦਾ ਨਹੀਂ ਹੈ। ਤੁਸੀਂ ਬਾਕੀ ਵੀ ਸਟੇਟਸ 'ਚ ਦੇਖੋ, ਮੈਡਮ ਸਰ ਪੁਰਾਣਾ ਹੀ ਚੱਲਾ ਆ ਰਿਹਾ। ਮੈਮ ਜਦੋਂ ਪੁਲਿਸ ਦੀ ਇੱਕ ਜਿਹੜੀ ਇਮੇਜ ਬਣੀ ਹੋਈ ਹੈ ਬੜੀ, ਜੇ ਆਪਾਂ ਬ੍ਰਿਟਿਸ਼ ਇੰਡੀਅਨ ਪੁਲਿਸ ਦੀ ਗੱਲ ਕਰੀਏ ਉਦੋਂ ਤੋਂ ਹੀ ਬੜੀ ਕਹਿੰਦੇ ਆ ਕਿ ਹਾਰਸ਼ ਇੱਕ ਇਮੇਜ ਬਣੀ ਹੋਈ ਹੈ। ਤੁਹਾਡੇ ਵਰਗੇ ਜਿਹੜੇ ਪੁਲਿਸ ਆਫਿਸਰਸ ਇਸ ਕਿੱਤੇ ਦੇ ਵਿੱਚ ਆ ਰਹੇ ਨੇ ਤਾਂ ਹੌਲੀ ਹੌਲੀ ਗ੍ਰੈਜੂਅਲੀ ਚੇਂਜ ਵੀ ਹੋ ਰਿਹਾ। ਮਹਿਲਾਵਾਂ ਦੀ ਗੱਲ ਕਰਦੇ ਹਾਂ, ਪਹਿਲਾਂ ਬੜੀ ਘੱਟ ਗਿਣਤੀ ਸੀਗੀ। ਜੇ ਆਪਾਂ ਪੰਜਾਬ ਕਾਡਰ ਦੀ ਗੱਲ ਕਰੀਏ ਤਾਂ ਮੈਡਮ ਗੁਰਪ੍ਰੀਤ ਕੌਰ ਦਿਓ ਐਂਡ ਸ਼ਸ਼ੀ ਪ੍ਰਭਾ ਜੀ ਸੀਗੇ, ਔਰ ਪਰ ਹੁਣ ਥੋੜ੍ਹੇ ਟਾਈਮ ਤੋਂ ਬਹੁਤ ਪੁਲਿਸ ਫੋਰਸ ਦੇ ਵਿੱਚ ਲੇਡੀਜ਼ ਜਿਹੜੀਆਂ ਹੈਗੀਆਂ ਆ ਰਹੀਆਂ ਨੇ। ਚੈਲੰਜਿੰਗ ਤਾਂ ਜੋਬ ਇਹ ਹੈਗੀ ਹੈ। ਇਸ ਤੋਂ ਇਲਾਵਾ ਮੈਮ ਕੀ ਤੁਹਾਨੂੰ ਹੋਰ ਕੀ ਪਰੇਸ਼ਾਨੀਆਂ ਜਿਹੜੀਆਂ ਨੇ, ਕਿਉਂਕਿ ਚੈਲੰਜਸ ਤਾਂ ਇੱਕ ਇਨਸਾਨ ਦੇ ਲਈ ਡੇਲੀ ਬੇਸਿਸ 'ਤੇ ਹੀ ਹੁੰਦੇ ਨੇ, ਹੋਰ ਕੀ ਚੈਲੰਜਿੰਗ ਤੁਹਾਨੂੰ ਡੇਲੀ ਬੇਸਿਸ 'ਤੇ ਲੱਗਦਾ ਹੈ? ਸੀ ਆਈ ਥਿੰਕ ਐਜ਼ ਅ ਫੀਮੇਲ ਇੱਕ ਡਿਊਅਲ ਰਿਸਪੋਂਸਿਬਿਲਿਟੀ ਤੋਂ ਤੁਸੀਂ ਭੱਜ ਨਹੀਂ ਸਕਦੇ, ਸਪੈਸ਼ਲੀ ਵੈਨ ਯੂ ਗੈਟ ਮੈਰਿਡ। ਅੱਗੇ ਜਾ ਕੇ ਤੁਹਾਡੀ ਇਨ-ਲॉज ਦੀ ਲਾਈਫ ਹੁੰਦੀ ਹੈ, ਬੱਚੇ ਹੁੰਦੇ ਹੈ, ਅਤੇ ਸਪੈਸ਼ਲੀ ਸਾਡੇ ਇੰਡੀਅਨ ਸੈਟਅਪ 'ਚ ਇੱਕ ਬੜਾ ਹੀ ਪ੍ਰੀ ਡਿਫਾਈਨਡ ਜਿਹਾ ਰੋਲ ਹੁੰਦਾ ਹੈ। ਇਹ ਜ਼ਿੰਮੇਵਾਰੀ ਮੈਨੂੰ ਲੱਗਦਾ ਇੱਕ ਫੀਮੇਲਸ ਹੁੰਦੀ ਹੈ, ਸਪੈਸ਼ਲੀ ਸਾਡੀ ਪੋਸਟ 'ਚ ਸਟਿਲ ਵੀ ਕੈਨ ਮੈਨੇਜ ਮੈਨੀ ਥਿੰਗਸ। ਜੋ ਸਾਡੀ ਲੋਅਰ ਕਨਸਟੈਬਲਰੀ ਹੁੰਦੀ ਹੈ ਜਾਂ NGO ਰੈਂਕ ਹੁੰਦਾ ਹੈ, ਉਹਨਾਂ ਕੋਲ ਇੰਨੀ ਫੈਸਿਲਿਟੀਜ਼ ਵੀ ਨਹੀਂ ਹੁੰਦੀਆਂ। ਬਟ ਜਿਵੇਂ ਕਿ ਤੁਸੀਂ ਕਿਹਾ ਕਿ ਹੁਣ ਬਹੁਤ ਲੇਡੀ ਫੋਰਸ ਆ ਰਹੀ ਹੈ, ਜਿੰਨੀ ਵੀ ਭਰਤੀ ਹੋ ਰਹੀ ਹੈ ਬਰਾਬਰ ਦੇ ਨੰਬਰ ਦੇ ਫੀਮੇਲਸ ਭਰਤੀ ਹੋ ਰਹੀਆਂ, ਔਰ ਬਹੁਤ ਜ਼ਿਆਦਾ ਦੇ ਆਰ ਵੈਰੀ ਵੈਰੀ ਟੈਲੈਂਟਡ ਐਂਡ ਹਾਰਡ ਵਰਕਿੰਗ।
ਤੇ ਜਿੱਦਾਂ ਮੈਂ ਹੁਣ ਇੱਕ ਫੀਮੇਲ ਐਸਐਸਪੀ ਹਾਂ ਤੇ ਅਸੀਂ ਇਹਨਾਂ ਦੀ ਪ੍ਰੋਬਲਮ ਸਮਝਦੇ ਆ। ਸਾਡੇ ਗੁਰਪ੍ਰੀਤ ਦਿਓ ਮੈਮ, ਜਿੱਦਾਂ ਸ਼ਸ਼ੀ ਮੈਮ, ਇਹ ਸਾਰੇ ਬਿਲਕੁਲ ਟੌਪ ਰੈਂਕ ਤੇ ਬੈਠੇ ਹੈ। ਇਹਨਾਂ ਨੂੰ ਅਸੀਂ ਸਪੈਸ਼ਲ ਸਾਡੇ ਵੈਲਫੇਅਰ ਮੈਜਰਸ ਵੀ ਚੱਲਦੇ ਆ। ਸੋ ਜੋ ਵੀ ਇਹਨਾਂ ਨੂੰ ਅਸੀਂ ਆਊਟ ਆਫ ਦ ਵੇ, ਕੋਈ ਇਹਨਾਂ ਦੀ ਫੈਮਿਲੀ ਪ੍ਰੋਬਲਮ ਹੈ, ਕੋਈ ਚਾਈਲਡ ਇਸ਼ੂ ਹੈ, ਅਸੀਂ ਉਹਨਾਂ ਨੂੰ ਪ੍ਰਾਇੋਰਟੀ ਤੇ ਡੀਲ ਕਰਦੇ ਤੇ ਹੌਲੀ ਹੌਲੀ ਸਾਰੇ ਸਟ੍ਰੀਮਲਾਈਨ ਚੱਲ ਰਿਹਾ। ਹੁਣ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ। ਮੈਮ ਆਪਾਂ 21st ਸੈਂਚੁਰੀ ਦੇ ਵਿੱਚ ਆ, ਜਿਹਦੇ ਵਿੱਚ ਔਰਤ ਨੂੰ ਸਸ਼ਕਤ ਕਰਨ ਦੇ ਯਤਨ ਹੋ ਰਹੇ ਨੇ ਬਹੁਤ, ਔਰ ਅੱਜ ਔਰਤਾਂ ਸਸ਼ਕਤ ਵੀ ਨੇ। ਉਹਨਾਂ ਵਿੱਚੋਂ ਤੁਸੀਂ ਇੱਕ ਮਿਸਾਲ ਹੋ, ਤੁਸੀਂ ਯੂ ਆਰ ਐਨ ਐਗਜ਼ਾਮਪਲ। ਮੈਂ ਇੱਕ ਪੁੱਛਣਾ ਚਾਹੁੰਦੀ ਹਾਂ ਮੈਮ ਕਿ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਤੁਸੀਂ ਇੱਕ ਐਪੈਕਸ ਚੇਅਰ 'ਤੇ ਬੈਠੇ ਹੋਏ ਹੋ, ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਔਰਤਾਂ ਨੂੰ ਹਜੇ ਕਿੰਨੀਆਂ ਕੁ ਹੋਰ ਮਤਲਬ ਸਾਨੂੰ ਐਮਪਾਵਰ ਕਰਨ ਦੀ ਲੋੜ ਹੈ, ਜਾਂ ਹਜੇ ਕਿੱਥੇ ਅਸੀਂ ਸਟੈਂਡ ਕਰਦੇ? ਕਿਉਂਕਿ ਹਜੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜੇ ਆਪਾਂ ਕਿਸੇ ਪੇਰੈਂਟਸ ਦੀ ਵੀ ਗੱਲ ਕਰਦੇ, ਕਹਿੰਦੇ ਅਸੀਂ ਆਪਣੀ ਬੇਟੀ ਨੂੰ ਮੁੰਡਿਆਂ ਵਾਂਗ ਰੱਖਿਆ। ਹਜੇ ਵੀ ਕੰਪੈਰੀਜ਼ਨ ਜਿਹੜਾ ਹੈਗਾ ਸਾਡਾ ਮੇਲ ਸੈਕਸ ਦੇ ਨਾਲ ਹੁੰਦਾ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਲੇਡੀਜ਼ ਨੇ, ਜਿਹੜੀਆਂ ਵੂਮਨ, ਉਹ ਕਿੱਥੇ ਅੱਜ ਦੇ ਟਾਈਮ ਦੇ ਵਿੱਚ ਸਟੈਂਡ ਕਰਦੀਆਂ? ਸੀ ਇਹ ਗੱਲ ਤਾਂ ਵਾਕਈ ਮੈਂ ਵੀ ਬਹੁਤ ਸੁਣਦੀ ਹਾਂ, ਬਟ ਜਿੱਦਾਂ ਮੈਨੂੰ ਵੀ ਕਿਹਾ ਜਾਂਦਾ ਹੈ, ਹੁਣ ਜਿਵੇਂ ਇਲੈਕਸ਼ਨਸ ਪੀਸਫੁਲੀ ਹੋ ਗਏ ਤਾਂ ਪੀਪਲ ਕਮ ਅਪ ਟੂ ਮੀ ਐਂਡ ਜਾਂ ਕੋਈ ਪੋਲੀਟੀਕਲ ਲੋਕ ਜਾਂ ਫਿਰ ਕੋਈ NGO ਦੇ ਪ੍ਰਧਾਨ ਵਗੈਰਾ ਆ ਕੇ ਕਹਿੰਦੇ ਆ ਕਿ ਜਦੋਂ ਤੁਸੀਂ ਆਏ ਸਾਡੇ ਮਨ 'ਚ ਡਾਊਟ ਸੀਗਾ ਕਿ ਬਠਿੰਡਾ ਵਰਗੇ ਜ਼ਿਲ੍ਹੇ ਦੇ ਇਲੈਕਸ਼ਨ ਲੇਡੀ ਆਫੀਸਰ ਲਾ ਦਿੱਤੀ ਕਿਵੇਂ ਹੋਣਗੇ, ਬਟ ਹੁਣ ਤਾਂ ਅਸੀਂ ਤੁਹਾਨੂੰ ਥੈਂਕਸ ਕਰਦੇ ਆ। ਤਾਂ ਮੈਨੂੰ ਵੀ ਮੈਂ ਵੀ ਇਹੀ ਕਹਿੰਦੀ ਹਾਂ ਕਿ ਜਦੋਂ ਅਸੀਂ ਇਸ ਨੌਕਰੀ 'ਚ ਆਉਂਦੇ, ਵੀ ਆਰ ਨਾਟ ਅ ਮੇਲ ਔਰ ਅ ਫੀਮੇਲ। ਹੁਣ ਜੇ ਮੈਨੂੰ ਇੱਥੇ ਲਾਇਆ ਨੇ ਵੱਡੇ ਜ਼ਿਲ੍ਹੇ 'ਚ, ਇਹ ਸੋਚ ਕੇ ਤਾਂ ਨਹੀਂ ਲਾਇਆ ਕਿ ਲੇਡੀ ਆਫੀਸਰ। ਸੋ ਮਾਈਂਡਸੈਟ ਤਾਂ ਸੁਸਾਇਟੀ ਹੀ ਜਦੋਂ ਤੱਕ ਨਹੀਂ ਬਦਲੇਗੀ, ਹੁਣ ਜਿੱਦਾਂ ਮਦਰਸ ਹੀ ਜੇ ਕਹਿਣਗੀਆਂ ਕਿ ਅਸੀਂ ਮੁੰਡਿਆਂ ਵਾਂਗੂ ਪਾਲਿਆ, ਤਾਂ ਫਿਰ ਕਿਹਦਾ ਕਸੂਰ ਹੈ? ਮੇਰੀ ਬੇਟੀ ਹੈ ਇੱਕ, ਮੈਂ ਤਾਂ ਮੇਰੇ ਦਿਮਾਗ 'ਚ ਤਾਂ ਕਦੇ ਇੱਦਾਂ ਦੀ ਗੱਲ ਨਹੀਂ ਆਉਂਦੀ ਕਿ ਸਾਡਾ ਇੱਕੋ ਬੱਚਾ ਤੇ ਅਸੀਂ ਉਹਨੂੰ ਮੁੰਡਿਆਂ ਵਾਂਗ ਪਾਲ ਰਹੇ। ਸੋ ਜਦੋਂ ਤੱਕ ਚੇਂਜ ਸਾਡੇ ਆਪਣੇ ਮਾਈਂਡ 'ਚ ਨਹੀਂ ਆਏਗਾ, ਹੁਣ ਤੁਸੀਂ ਇੱਥੇ ਦੇਖ ਹੀ ਰਹੇ ਹੋ ਕਿੰਨੀ ਪੂਰੇ ਪੰਜਾਬ 'ਚ ਕਿੰਨੇ ਸਾਰੇ ਡਾਕਟਰਸ ਹੈ ਜਾਂ DCs SSPs ਲੱਗੀਆਂ, ਕੋਈ ਆਫਿਸ ਮੇਲਸ ਤੋਂ ਘੱਟਦਾ ਨਹੀਂ, ਬੈਟਰ ਐਡਮਿਨਿਸਟ੍ਰੇਟ ਕਰ ਹੀ ਰਹੀ ਹੈ। ਇਸ ਕਰਕੇ ਹਾਂ, ਜੱਜਸ ਜਾਂ ਸੋ ਮੈਨੀ, ਲਾਈਕ ਯੂ ਆਰ ਅ ਮੀਡੀਆ ਪ੍ਰੋਫੈਸ਼ਨਲ। ਹੁਣ ਤੁਸੀਂ ਲਾਈਕ ਯੂ ਆਰ ਡੀਲਿੰਗ ਵਿਦ ਹੋਲ ਮਾਲਵਾ, ਹੁਣ ਤੁਸੀਂ ਵੀ ਤਾਂ ਇੱਕ ਫੀਮੇਲ ਰਿਪੋਰਟਰ ਆਏ ਹੋ ਮੇਰੇ ਕੋਲ। ਸੋ ਆਸ ਜੌਬ ਇਜ਼ ਆਲਸੋ ਨਾਟ ਅ ਬੈਡ ਆਫ ਰੋਜ਼ਸ। ਐਗਜ਼ੈਕਟਲੀ। ਸੋ ਤੁਸੀਂ ਹਰ ਟਾਈਮ ਫੀਲਡ 'ਚ ਜਾ ਕੇ ਰਿਪੋਰਟਿੰਗ ਕਰਦੇ ਹੋ, ਹਰ ਤਰ੍ਹਾਂ ਦੇ ਲੋਕਾਂ ਨਾਲ ਤੁਹਾਡਾ ਵਾਹ ਪੈਂਦਾ ਹੈ। ਤੁਸੀਂ ਘਰੋਂ ਇਹ ਤਾਂ ਨਹੀਂ ਸੋਚ ਕੇ ਚੱਲਦੇ ਕਿ ਆਈ ਐਮ ਅ ਫੀਮੇਲ, ਹਾਊ ਵਿਲ ਆਈ ਡੀਲ ਵਿਦ ਇਟ। ਸੋ ਸਾਨੂੰ ਆਪ ਹੀ ਇਹ ਪਬਲਿਕ ਨੂੰ ਵੀ ਕਹਿਣਾ ਚਾਹੀਦਾ, ਤੇ ਅਸੀਂ ਆਪ ਵੀ ਜਦੋਂ ਤੱਕ ਆਪਣਾ ਮਾਈਂਡਸੈਟ ਨਹੀਂ ਚੇਂਜ ਕਰਾਂਗੇ, ਇਟ ਵੋਂਟ ਇੰਪਰੂਵ। ਮੈਮ ਤੁਹਾਡੀ ਜੌਬ ਨੂੰ ਆਲਮੋਸਟ 10 ਸਾਲ ਹੋ ਗਏ, ਤੁਸੀਂ ਕ੍ਰਾਈਮ ਅਗੇਂਸਟ ਵਿਮਨ ਕਿੰਨਾ ਕੁ ਦੇਖ ਰਹੇ ਹੋ ਕਿ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ? ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਜਾਂ ਜੇ ਆਪਾਂ ਰਿਪੋਰਟਿੰਗ ਦੀ ਵੀ ਗੱਲ ਕਰੀਏ ਤਾਂ ਔਰਤਾਂ ਹੁਣ ਕਿੰਨਾ ਕੁ ਖੁੱਲ੍ਹ ਕੇ ਆਪਣੇ ਨਾਲ ਹੋ ਰਹੇ ਕ੍ਰਾਈਮ ਨੂੰ ਜਿਹੜਾ ਹੈ ਖੁੱਲ੍ਹ ਕੇ ਬਿਆਨ ਕਰਦੀਆਂ ਨੇ? ਮੈਂ ਤਾਂ ਇਹੀ ਆਬਜ਼ਰਵ ਕੀਤਾ ਕਿ ਡੈਫੀਨੇਟਲੀ ਰਿਪੋਰਟਿੰਗ ਤਾਂ ਹੁਣ ਵਧੀ ਹੈ, ਕਿਉਂਕਿ ਜਦੋਂ ਦਾ ਸਾਡਾ ਕ੍ਰਾਈਮ ਆਪਣਾ ਕਮਿਊਨਿਟੀ ਅਫੇਅਰਸ ਵਿੰਗ ਵੀ ਬਣਿਆ ਹੈ ਪੰਜਾਬ ਦਾ, ਉਹ ਵੀ ਸਾਂਝ ਜਿਹੜੀ ਤੁਹਾਨੂੰ ਪਤਾ ਹੀ ਹੋਏਗਾ, ਸਾਡੀ ਹੁਣ ਪੰਜਾਬ ਪੁਲਿਸ ਮਹਿਲਾ ਮਿੱਤਰ ਬਣ ਗਈਆਂ, ਉਹ ਸਾਂਝ 'ਚ ਬਹਿ ਕੇ ਡੀਲ ਕਰਦੀਆਂ ਪ੍ਰਾਇੋਰਟੀ ਤੇ ਇਸ ਕਰਕੇ ਜਦੋਂ ਇੱਕ ਫੀਮੇਲ ਆਫੀਸਰ ਬੈਠੀ ਹੁੰਦੀ ਹੈ ਤਾਂ ਲੇਡੀਜ਼ ਦਾ ਝਾਕਾ ਵੀ ਖੁੱਲ੍ਹਦਾ ਹੈ, ਦੇ ਆਰ ਏਬਲ ਟੂ ਰਿਪੋਰਟ ਬੈਟਰ। ਔਰ ਜਿੱਦਾਂ ਮੇਰੇ ਵਰਗੇ ਆ ਸਾਡੇ ਜੂਨੀਅਰ SP DSP ਰੈਂਕ ਦੇ ਕ੍ਰਾਈਮ ਅਗੇਂਸਟ ਵਿਮਨ ਆਫੀਸਰਸ ਹੁੰਦੇ ਆ, ਉਹਨਾਂ ਕੋਲ ਵੀ ਉਹ ਖੁੱਲ੍ਹ ਕੇ ਰਿਪੋਰਟ ਕਰਦੇ ਆ। ਔਰ ਜੇ ਅਸੀਂ ਐਕਸੈਸਿਬਲ ਹੋਈਏ ਤਾਂ ਪਬਲਿਕ, ਮੈਨੂੰ ਜਿੱਦਾਂ ਮੇਰੇ ਪਰਸਨਲ ਫੇਸਬੁੱਕ ਮੈਸੇਂਜਰ 'ਤੇ ਵੀ ਬੜੇ ਲੋਕ ਮੈਸੇਜ ਕਰਦੇ ਆ, ਫਿਰ ਮੈਂ ਉਹਨਾਂ ਨੂੰ ਕੰਟੈਕਟ ਕਰਦੀ ਹਾਂ। ਤੇ ਰਿਪੋਰਟਿੰਗ ਤਾਂ ਵੱਧ ਰਹੀ ਹੈ। ਔਰ ਹੁਣ ਰੀਸੈਂਟਲੀ ਤੁਸੀਂ ਦੇਖਿਆ ਹੋਣਾ, ਜਿਹੜਾ ਇੱਕ ਖੰਨੇ 'ਚ ਈਸੇਵਾਲ ਗੈਂਗ ਰੇਪ ਹੋਇਆ ਸੀ, ਉਹਦੇ 'ਚ ਸਾਰੇ ਜਿਹੜੇ ਅਕਿਊਜ਼ ਸੀਗੇ, ਐਵਰੀਬਡੀ ਹੈਜ਼ ਬੀਨ ਕਨਵਿਕਟਡ। ਇਹ ਪੁਲਿਸ ਦਾ ਔਰ ਜੁਡੀਸ਼ਰੀ ਨੇ ਰਲ ਕੇ ਕੰਮ ਕੀਤਾ। ਜਦੋਂ ਇੱਦਾਂ ਦੇ ਹੀਨੀਅਸ ਕ੍ਰਾਈਮ ਨੂੰ ਸਜ਼ਾ ਲੋਕੀ ਦੇਖਣਗੇ ਕਿ ਮਿਲ ਰਹੀ ਹੈ, ਸੋ ਇਟ ਵਿਲ ਸੈਟ ਅ ਵੈਰੀ ਪੋਜ਼ਿਟਿਵ ਐਗਜ਼ਾਮਪਲ ਕਿ ਜੇ ਲੇਡੀਜ਼ ਆਪਣੇ ਨਾਲ ਹੋਏ ਕ੍ਰਾਈਮ ਨੂੰ ਰਿਪੋਰਟ ਕਰਨਗੀਆਂ, ਸਹੀ ਉਹਦੀ ਸਹੀ ਰਿਪੋਰਟਿੰਗ ਕਰਨਗੇ ਤੇ ਸਾਨੂੰ ਹੈਲਪ ਕਰਨਗੇ ਕਿ ਅਸੀਂ ਉਹਨੂੰ ਜੁਡੀਸ਼ਰੀ 'ਚ ਵੀ ਪ੍ਰੋਪਰ ਉਹਦੀ ਪੈਰਵੀ ਕਰੀਏ, ਤਾਂ ਅਕਿਊਜ਼ ਨੂੰ ਬਹੁਤ ਹੀ ਮਤਲਬ ਐਗਜ਼ੈਂਪਲਰੀ ਪਨਿਸ਼ਮੈਂਟ ਵੀ ਮਿਲ ਰਹੀ ਹੈ। ਪੁਲਿਸਿੰਗ ਤੋਂ ਇਲਾਵਾ ਤੁਹਾਨੂੰ ਕੀ ਕੁਝ ਕਰਨਾ ਪਸੰਦ ਹੈ? ਜਾਂ ਇੱਕ ਮੀ ਟਾਈਮ ਹੁੰਦਾ ਹਰੇਕ ਇਨਸਾਨ ਦਾ, ਵਾਟ ਡੂ ਯੂ ਲਾਈਕ ਟੂ ਡੂ ਇਨ ਮੀ ਟਾਈਮ? ਸੀ ਮੀ ਟਾਈਮ ਇਜ਼ ਦ ਬਿਗੇਸਟ ਮਤਲਬ ਰਿਵਾਰਡਿੰਗ ਟਾਈਮ, ਜਿਹੜਾ ਬੜਾ ਰੇਅਰ ਮਿਲਦਾ ਹੈ, ਸਪੈਸ਼ਲੀ ਜਦੋਂ ਤੁਸੀਂ SSP ਵਾਲੀ ਪੋਸਟ 'ਤੇ ਹੁੰਦੇ ਹੋ। ਔਰ ਜੋ ਇਸ ਟਾਈਮ ਤੁਸੀਂ ਬਠਿੰਡਾ 'ਚ, ਤਾਂ ਮੈਂ ਆਈ ਇੱਦਾਂ ਦੇ ਟਾਈਮ, ਹੁਣ ਤਾਂ ਮੈਨੂੰ ਹੁੰਦਾ ਕਿ ਮੈਨੂੰ ਮੀ ਟਾਈਮ ਮਿਲੇ ਤੇ ਆਈ ਸ਼ੁੱਡ ਰੈਸਟ, ਕਿ ਮੇਰਾ ਫੋਨ ਘੱਟ ਵੱਜੇ ਐਂਡ ਆਈ ਐਮ ਏਬਲ ਟੂ ਟਾਕ ਟੂ ਮਾਈ ਫੈਮਿਲੀ, ਆਪਣੀ ਬੇਟੀ ਨਾਲ ਵੀਡੀਓ ਕਾਲ ਹੀ ਕਰ ਲਾਂ ਜਾਂ ਕਦੇ ਕਦੇ ਬੁਲਾ ਕੇ। ਸੋ ਬਹੁਤ ਹੀ ਘੱਟ ਮੀ ਟਾਈਮ ਮਿਲਦਾ ਹੈ, ਬਟ ਯੈਸ ਆਈ ਲਾਈਕ ਨੇਚਰ। ਮੈਨੂੰ ਨੇਚਰ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਹੈ,
ਤੇ ਮੈਨੂੰ ਗਾਣੇ ਵਾਕ ਕਰਨ ਦਾ ਸ਼ੌਕ ਹੈ ਕਿ ਜਿੱਦਾਂ ਇੱਥੇ ਏਰੀਆ ਹੁੰਦਾ ਹੈ ਸਰਕਾਰੀ ਘਰਾਂ 'ਚ ਆਈ ਲਾਈਕ ਟੂ ਵਾਕ ਐਂਡ ਲਿਸਨ ਟੂ ਮਿਊਜ਼ਿਕ ਔਰ ਫੋਟੋਗ੍ਰਾਫੀ ਜਦੋਂ ਵੀ ਮੈਨੂੰ ਕੁਝ ਵੀ ਨਜ਼ਰ ਆਏ ਨੈਚੁਰਲ ਆਈ ਹੈਵ ਅ ਟੈਂਡੈਂਸੀ ਟੂ ਫੋਟੋਗ੍ਰਾਫ। ਮਿਊਜ਼ਿਕ ਦੀ ਗੱਲ ਕੀਤੀ ਤੁਸੀਂ, ਕਿਸ ਤਰ੍ਹਾਂ ਦਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ? ਮੈਂ ਜੀ ਜ਼ਿਆਦਾ ਅੱਜਕੱਲ ਪੰਜਾਬੀ ਸੁਣਦੀ ਰਹਿੰਦੀ ਹਾਂ। ਕੋਈ ਫੇਵਰਿਟ ਸਿੰਗਰ? फेवरेट पुराने गुरदास मान जी और आजकल द बी प्राक वेरी वास्ट डिफरेंस। आई लाइक ऑल टाइप ऑफ, बस सेंसिबल गाने होने चाहिए, बहुत आउट ऑफ द वे नहीं मैं सुनती। बाकी कदे कदे इंग्लिश मूवीज वगैरह देखना पसंद करते हो मैम? यस, पहला तो मैं हर मूवी देखना पसंद करती सी, बट यस हुण तो बड़ा रेयर है, घट ही टाइम मिलता है। बट आई प्रेफर टू गो टू थिएटर एंड वॉच अ मूवी। लास्ट तो मैं चंडीगढ़ से देखी सी 1983 जड़ी रणवीर सिंह दी। ਇੱਥੇ ਆ ਕੇ ਆਈ ਐਮ ਪਲੈਨਿੰਗ, ਬਟ ਯੈਸ ਆਈ ਲਵ ਵਾਚਿੰਗ ਮੂਵੀਜ਼, ਟਾਈਮ ਨਹੀਂ ਮਿਲਦਾ। ਬਹੁਤ ਮੈਮ ਤੁਹਾਡੀ ਜਿਹੜੀ ਜੌਬ ਹੈ ਜਿਹਨੂੰ ਕਹਿੰਦੇ ਆ ਕਿ ਬਹੁਤ ਘੱਟ ਸਮਾਂ ਮਿਲਦਾ ਤੁਹਾਨੂੰ ਫੈਮਿਲੀ ਨਾਲ ਵੀ ਸਪੈਂਡ ਕਰਨ ਦੇ ਲਈ, ਅਤੇ ਜਿਸ ਤਰ੍ਹਾਂ ਤੁਹਾਡੀ ਛੋਟੀ ਜਿਹੀ ਬੇਟੀ ਹੈ ਔਰ ਈਵਨ ਤੁਹਾਡੇ ਜੋ ਹਸਬੈਂਡ ਨੇ ਗਿਰੀਸ਼ ਦਿਆਲਨ ਜੀ, ਉਹ ਵੀ ਅੱਜ ਕੱਲ੍ਹ ਬੜੇ ਦੂਰ ਪੋਸਟਡ ਨੇ, ਆਈ ਥਿੰਕ ਬਠਿੰਡਾ ਤੋਂ 100-150 ਕਿਲੋਮੀਟਰ ਦੂਰ ਹੋਣਾ ਫਿਰੋਜ਼ਪੁਰ ਪੋਸਟਡ ਨੇ। ਸਾਰਾ ਤੁਸੀਂ ਜਿਹੜਾ ਹੈਗਾ ਆਪਣਾ ਸਮਾਂ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕੀਤਾ ਹੋਇਆ। ਲਾਈਫ ਦੇ ਵਿੱਚ ਕੁਝ ਮਿਸ ਕਰਦੇ ਹੋ? ਡੂ ਯੂ ਮਿਸ ਜਿਹਨੂੰ ਕਹਿੰਦੇ ਕਿ ਅਸੀਂ ਸਿੰਪਲ ਲਾਈਫ ਜਾਂ ਰੂਟੀਨ ਲਾਈਫ ਜਿਹੜੀ ਹੁੰਦੀ ਹੈ ਇੱਕ ਹਾਊਸ ਵੂਮਨ ਦੀ, ਉਹ ਤੁਸੀਂ ਮਿਸ ਕਰਦੇ ਹੋ? ਕਿਉਂਕਿ ਲੇਡੀਜ਼ ਜਿਹੜੀਆਂ ਪੁਰਾਣੇ ਜ਼ਮਾਨੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਹਿੰਦੇ ਵੀ ਗ੍ਰਹਿਣੀ ਕਿਚਨ ਦੇ ਵਿੱਚ ਕੰਮ ਕਰਦੀਆਂ, ਹਾਊਸ ਹੋਲਡ ਚੋਰਸ ਦੀ ਗੱਲ ਆਪਾਂ ਕਰਦੇ ਹਾਂ। ਡੂ ਯੂ ਮਿਸ ਦੋਜ਼ ਥਿੰਗਸ ਕਿ ਉਹ ਨਹੀਂ ਹੋ ਪਾਉਂਦੀਆਂ ਤੁਹਾਡੇ ਤੋਂ, ਜਾਂ ਕੱਢ ਲੈਂਦੇ ਹੋ ਟਾਈਮ? मैं जी कुकिंग वगैरह तो मैं ऑनेस्टली कदे भी नहीं करती सी, मेरा कोई शौक ही नहीं सी। बट यस आई नो, बट उस तरह की तो कोई मिस नहीं करती। बट यस फैमिली टाइम कदे कदे जिदा गड्डी च कोई काम किते जा रहे हो तो मन च आंदा है कि जिहड़ी आम पब्लिक है दे थिंक कि पता नहीं व्हाट काइंड ऑफ अमेजिंग लाइफ वी हैव। बट मेरा कदे कदे मन करता है कि वी कुड ऑल्सो हैव अ वेरी केयरफ्री लाइफ लाइक दैट। बट फिर अगेन वी कांट बी, वी हैव टू बी वेरी ग्रेटफुल कि रब ने सानू इस तरह दी मौका दिता है। सो कि पंजाबी च कहते नौकरी की ते नखरा की। सो यस, बट फैमिली दा थोड़ा इस तरह दी पोस्टां ते हो जाता है। हुण वी आर वेरी कमिटेड, असी इदां नहीं है कि मैं अपना काम छड्ड के अपने हसबैंड कोल चल जावां क्योंकि ही इज़ ऑल्सो वेरी बिजी। या पर कदे कदे लगता तो है कि वी डोंट लिव लाइक अ नॉर्मल फैमिली। बट चलो अगे जाके वैन वी गेट सीनियर इन आ करियर फिर असी ज़्यादा चंडीगढ़ ही रहना है। सो आफ्टर अ फ्यू ईयर्स वील बी टुगेदर। बेटी ਤੁਹਾਡੀ बहुत छोटी है, ਤੁਹਾਡੀ बेटी की कर रही है मैम? बेटी जी मेरी या शी इज़ 4.5, वो तो प्री स्कूल च पढ़ती है। हाले तो कोविड करके ਤੁਹਾਨੂੰ पता है विच स्कूल्स ही बंद हो गए सी। सो शी वॉज डूइंग ऑनलाइन क्लासेस। अजकल भी ਉਹਦੇ छुट्टियां चल रही हैं, कदे मेरे को आ जाती है, कदे मेरे हसबैंड को चली जाती है, कदे चंडीगढ़ चली जाती है। सो शी इज़ सिटी हॉपिंग। ਸ਼ੀ ਇਜ਼ ਅ ਵੈਰੀ ਸਮਾਲ ਚਾਈਲਡ। ਕਦੇ ਪੁੱਛਦੀ ਹੈ ਵੀ ਮੰਮਾ ਤੁਸੀਂ ਕਿੱਥੇ ਜਾਂਦੇ ਹੋ? ਆ ਯੂਨੀਫਾਰਮ ਬਾਰੇ ਉਹਨੂੰ ਪਤਾ ਹੈ ਵੀ ਤੁਸੀਂ ਯੂਨੀਫਾਰਮ ਪਾ ਕੇ ਕਿੱਥੇ ਜਾਂਦੇ ਹੋ? ਕਿਉਂਕਿ ਚਲੋ ਸਰ ਤਾਂ ਸਿਵਲ ਅਟਾਇਰ ਦੇ ਆਊਟਫਿਟ ਦੇ ਵਿੱਚ ਹੁੰਦੇ ਆ, ਬਟ ਡਸ ਸ਼ੀ ਆਸਕ ਯੂ ਕਿ ਮੰਮਾ ਤੁਸੀਂ ਕਿੱਥੇ ਜਾਂਦੇ ਹੋ ਯੂਨੀਫਾਰਮ ਪਾ ਕੇ, ਜਾਂ ਤੁਹਾਡੇ ਨਾਲ ਫੋਰਸ ਕਿਉਂ ਹੈ? ਇੱਦਾਂ ਦੇ ਸਵਾਲ ਕਰਦੀ ਹੈ ਬੇਟੀ ਤੁਹਾਡੀ? ਸੀ ਹੁਣ ਮੇਰੇ ਬੱਚੇ ਨੇ ਬਚਪਨ ਤੋਂ ਹੀ ਮੈਨੂੰ ਯੂਨੀਫਾਰਮ 'ਚ ਦੇਖਿਆ, ਤੋ ਸ਼ੀ ਸੋ ਉਹਨੂੰ ਗ੍ਰੈਵਿਟੀ ਆਫ ਦਾ ਜੌਬ ਤਾਂ ਨਹੀਂ ਪਤਾ ਹੈ। ਬਟ ਆਈ ਥਿੰਕ ਉਹਦੇ ਲਈ ਤਾਂ ਉਲਟਾ ਹੈ, ਉਹਨੇ ਇੰਨੀ ਜ਼ਿਆਦਾ ਪੁਲਿਸ ਦੇਖ ਲਈ ਹੈ ਕਿ ਉਹ ਜਿੱਦਾਂ ਆਮ ਪੇਰੈਂਟਸ ਡਰਾਉਂਦੇ ਆ ਪੁਲਿਸ ਆ ਗਈ, ਦੈਟ ਡਜ਼ਨਟ ਵਰਕ ਵਿਦ ਹਰ। ਬਟ ਯੈਸ ਕਦੇ ਕਦੇ ਕਹਿੰਦੀ ਹੈ ਕਿ ਮॉम ਡੋਂਟ ਗੋ ਟੂ ਵਰਕ ਬਿਕੋਜ਼ हाँ, बट बहुत छोटी है। बट आई वुड अगेन से कि अजकल के बच्चे दे आर सो मच टेक्निकली सैवी कि वो कार्टून शो ने इन्ने नौकरियां भी देख लिया। शी नोज कि आई एम पुलिस, वॉट इज़ मतलब पुलिस आर्मी, ये सारी चीज़ों का भी बच्चों को फर्क पता होंगे। बट यूनीफॉर्म की उन्होंने डर नहीं है जो आम बच्चे को होंगे। फॉर हर इट्स अ वेरी नॉर्मल थिंग। ਮੈਮ ਆਪਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਪਰ ਇੰਟਰੈਕਸ਼ਨ ਕਰ ਰਹੇ ਹਾਂ ਅਤੇ ਤੁਹਾਨੂੰ ਸਾਡੇ ਦਰਸ਼ਕਾਂ ਦੇ ਵੀ ਰੂਬਰੂ ਕਰਾ ਰਹੇ ਹਾਂ। ਮਹਿਲਾਵਾਂ ਨੂੰ ਤੁਸੀਂ ਕੀ ਖਾਸ ਟਿਪਸ ਦੇਣਾ ਚਾਹੋਗੇ ਜੋ, ਕਿਉਂਕਿ ਅੱਜ ਕੱਲ੍ਹ ਵਰਕਿੰਗ ਵੂਮਨ ਹੈ ਔਰ ਬੜਾ ਕੁਝ ਫੇਸ ਕਰਦੀਆਂ ਨੇ ਉਹ, ਤਾਂ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਇੱਕ ਤਜਰਬੇਕਾਰ ਪੁਲਿਸ ਆਫਿਸਰ ਹੋ, ਕੀ ਤੁਹਾਡੇ ਵੱਲੋਂ ਕੋਈ ਖਾਸ ਉਹਨਾਂ ਨੂੰ ਟਿਪਸ ਹੋਣਗੇ ਮੈਮ? ਪਹਿਲਾਂ ਤਾਂ ਮੈਂ ਜਿਹੜੀ ਲੜਕੀਆਂ ਹੁੰਦੀਆਂ ਯੰਗ ਗਰਲਸ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਲਾਈਫ 'ਚ ਹਮੇਸ਼ਾ ਮਿਹਨਤ ਕਰੋ ਤੇ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਜ਼ਰੂਰ ਹੋ। ਜਦੋਂ ਤੁਹਾਡੇ ਪੇਰੈਂਟਸ ਤੁਹਾਨੂੰ ਇੰਨਾ ਵਧੀਆ ਪੜ੍ਹਾ ਰਹੇ ਹੈ ਔਰ ਅੱਜ ਕੱਲ੍ਹ ਸਰਕਾਰ ਵੀ ਇੰਨੀ ਫੈਸਿਲਿਟੀਜ਼ ਲੜਕੀਆਂ ਨੂੰ ਦਿੰਦੀ ਹੈ, ਜ਼ਰੂਰ ਠੀਕ ਹੈ ਮੈਰਿਜ ਇਜ਼ ਅ ਵੈਰੀ ਇੰਪੋਰਟੈਂਟ ਥਿੰਗ, ਬਟ ਜ਼ਰੂਰ ਕੁਛ ਨਾ ਕੁਛ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ।
ਔਰ ਜਿਹੜਾ ਅਸੀਂ ਮੈਰਿਜਸ ਦਾ ਵੀ ਬਹੁਤ ਜ਼ਿਆਦਾ ਦੇਖਦੇ ਆ ਕਿ ਟੋਲਰੈਂਸ ਬੜੀ ਘਟ ਰਹੀ ਹੈ, ਮੈਂ ਇਹ ਵੀ ਸੁਜੈਸਟ ਕਰਾਂਗੀ ਕਿ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਯੂ ਸ਼ੁੱਡ ਆਲਸੋ ਬੀ ਇਕੁਅਲੀ ਕੋਆਪਰੇਟਿਵ ਟੂ ਯੋਰ ਇਨ-ਲॉज। ਬਹੁਤ ਮੈਂ ਦੇਖਦੀ ਹਾਂ ਕਿ ਬੜੀ ਜਲਦੀ 2-2 3-3 ਹਫ਼ਤਿਆਂ ਬਾਅਦ ਹੀ ਆ ਜਾਂਦੇ ਆ ਕਪਲਸ, ਹੈ ਨਾ। ਸੋ ਪੇਰੈਂਟਸ ਦਾ ਵੀ ਰੋਲ ਹੈ, ਉਹਨਾਂ ਨੂੰ ਕਾਊਂਸਲ ਕਰਨਾ ਚਾਹੀਦਾ ਹੈ। ਮਤਲਬ ਠੀਕ ਹੈ, ਇਟ ਇਜ਼ ਵੈਰੀ ਗੁੱਡ ਦੈਟ ਦੇ ਰਿਪੋਰਟ ਐਨੀ ਵਾਇਲੈਂਸ, ਬਟ ਥੋੜੀ ਟੋਲਰੈਂਸ ਵੀ ਵਧਣੀ ਚਾਹੀਦੀ ਹੈ। ਕੋਸ਼ਿਸ਼ ਕਰੋ ਕਿ ਆਪਣੀ ਇਨ-ਲॉज ਫੈਮਿਲੀ ਨਾਲ ਵੀ ਤੁਸੀਂ ਉੱਦਾਂ ਹੀ ਰਹੋ ਜਿੱਦਾਂ ਆਪਣੇ ਪੇਰੈਂਟਸ ਨਾਲ ਰਹਿੰਦੇ ਹੋ, ਕਿਉਂਕਿ ਫਿਰ ਉਹ ਟਾਈਮ ਵਾਪਸ ਨਹੀਂ ਆਉਂਦਾ। ਔਰ ਜਿਹੜੇ ਬਾਕੀ ਤਾਂ ਮੈਂ ਕਹਿ ਹੀ ਦਿੱਤਾ ਸੀ ਕਿ ਅਫੈਕਟਡ ਲੇਡੀਜ਼ ਬਾਏ ਐਨੀ ਵਾਇਲੈਂਸ ਮਸਟ ਰਿਪੋਰਟ। ਪੁਲਿਸ ਤੁਹਾਡੇ ਨਾਲ ਹੈ। ਸਾਨੂੰ ਜੇ ਲੇਡੀ ਆਫੀਸਰਸ ਨੂੰ ਸਰਕਾਰ ਲੈ ਕੇ ਆ ਰਹੀ ਹੈ, ਉਹਦਾ ਇੱਕ ਪਰਪਸ ਵੀ ਹੈ ਕਿ ਲੜਕੀਆਂ ਬੇਝਿਜਕ ਹੋ ਕੇ ਸਾਹਮਣੇ ਆਉਣ, ਤੇ ਕ੍ਰਾਈਮ ਨੂੰ ਅਸੀਂ ਤਾਂ ਹੀ ਘਟਾ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਕਰਨ ਦੇ ਲਈ ਪ੍ਰੋ ਪੰਜਾਬ ਟੀਵੀ ਦੇ ਨਾਲ। ਸੋ ਸਾਡੇ ਨਾਲ ਇਹ ਮੈਡਮ ਅਮਨੀਤ ਕੌਰ ਕੌਂਡਲ ਸੀਗੇ, IPS ਪੰਜਾਬ ਕਾਡਰ ਦੇ, ਅਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਅਤੇ ਜਾਣਿਆ ਕਿ ਕਿੰਨੀ ਸੰਘਰਸ਼ਪੂਰਨ ਜ਼ਿੰਦਗੀ ਹੋਣ ਦੇ ਬਾਵਜੂਦ ਮੈਡਮ ਨੇ ਇਹ ਪੋਜੀਸ਼ਨ ਹਾਸਿਲ ਕੀਤੀ, ਅਤੇ ਉਹਨਾਂ ਤਮਾਮ ਔਰਤਾਂ ਦੇ ਲਈ, ਤਮਾਮ ਲੜਕੀਆਂ ਦੇ ਲਈ ਮਿਸਾਲ ਨੇ ਜੋ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੀਆਂ ਨੇ।